ਸਤਿ ਸ਼੍ਰੀ ਅਕਾਲ ਜੀ। ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਫਿਰ ਅੱਜ ਪ੍ਰੋਗਰਾਮ ਲੈ ਕੇ, ਜਿਹਦੇ ਵਿੱਚ ਅਸੀਂ ਰੋਜ਼ ਤੁਹਾਡੇ ਅੱਗੇ ਇੱਕ ਐਕਸਪਰਟ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ, ਜਿਹਦੇ ਵਿੱਚ ਅਸੀਂ ਡਿਸਕਸ਼ਨ ਕਰਦੇ ਹਾਂ ਦੇਸ਼ ਤੋਂ ਪ੍ਰਦੇਸ਼ ਜਾਣ ਵਾਲੇ ਸਟੂਡੈਂਟਸ ਲਈ। ਜਿਹੜੇ ਵਿਦਿਆਰਥੀ ਆਪਣੇ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਨੇ, ਉਹਨਾਂ ਲਈ ਕੀ ਕੁਝ ਰਿਕੁਆਇਰਮੈਂਟਸ ਰਹਿੰਦੀਆਂ ਨੇ, ਕਿਹੜੇ ਉਹਨਾਂ ਨੂੰ ਡਾਕੂਮੈਂਟਸ ਦੀ ਲੋੜ ਪੈਂਦੀ ਹੈ, ਕਦੋਂ ਵੀਜ਼ਾ ਪ੍ਰਾਪਤ ਕਰ ਸਕਦੇ ਨੇ, ਜੇ ਵੀਜ਼ਾ ਨਹੀਂ ਲੱਗ ਰਿਹਾ, ਰਿਜੈਕਸ਼ਨ ਆ ਰਹੀ ਹੈ, ਤੇ ਉਹਦੇ ਕਾਰਨ ਕੀ ਰਹਿ ਰਹੇ ਨੇ, ਇਹ ਸਾਰਾ ਸਾਡੇ ਡਿਸਕਸ਼ਨ ਦਾ ਹਿੱਸਾ ਰਹਿੰਦਾ। ਅੱਜ ਵੀ ਇਸੇ ਕੋਸ਼ਿਸ਼ ਦੇ ਤਹਿਤ ਅਸੀਂ ਸੱਦਾ ਦਿੱਤਾ ਜੀ ਸੈਟਲਿੰਗ ਅਬਰੋਡ ਤੋਂ ਗੌਰਵ ਤਲਵਾਰ ਨੂੰ, ਜਿਹੜੇ ਸਾਰੀ ਡਿਸਕਸ਼ਨ ਦੇ ਵਿੱਚ ਸਾਡੇ ਨਾਲ ਮੌਜੂਦ ਰਹਿਣਗੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਪਹਿਲੇ ਸਵਾਗਤ ਕਰਦੀ ਹੈ ਗੌਰਵ ਜੀ ਦਾ। ਗੌਰਵ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਦਰਸ਼ਕੋ। ਸੋ ਅੱਜ ਉਹਨਾਂ ਸਟੂਡੈਂਟਸ ਲਈ ਵੀ ਗੱਲ ਹੋਏਗੀ ਜਿਹੜੇ ਸਕੂਲਿੰਗ ਲਈ ਜਾਣਾ ਚਾਹੁੰਦੇ ਨੇ, ਉਹਨਾਂ ਲਈ ਵੀ ਗੱਲ ਹੋਏਗੀ ਜਿਹੜੇ ਵਿਦਆਊਟ ਆਈਲੈਟਸ ਜਾਣਾ ਚਾਹੁੰਦੇ ਨੇ, ਉਹਨਾਂ ਵਿਦਿਆਰਥੀਆਂ ਲਈ ਵੀ ਗੱਲ ਹੋਏਗੀ ਜਿਹੜੇ ਵਿਦ ਆਈਲੈਟ ਜਾਣਾ ਚਾਹੁੰਦੇ ਨੇ। ਮਤਲਬ ਹਰ ਅਸੀਂ ਜਿਹੜਾ ਵਿਦਿਆਰਥੀਆਂ ਦਾ ਇੱਕ ਮੈਂ ਕਹੂੰਗਾ ਪੈਮਾਨਾ ਉਹਦਾ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਵੀ ਹਰ ਇੱਕ ਨੂੰ ਅਸੀਂ ਟੱਚ ਕਰ ਸਕੀਏ, ਬਟ ਡਿਸਕਸ਼ਨ ਦਾ ਟਾਈਮ ਜਿਹੜਾ ਸਾਡੇ ਕੋਲ ਇੱਕ ਲਿਮਿਟਿਡ ਰਹਿੰਦਾ। ਅਸੀਂ ਉਹਦੇ ਵਿੱਚ ਰਹਿ ਕੇ ਡਿਸਕਸ਼ਨ ਕਰਨੀ ਹੁੰਦੀ ਹੈ। ਉਹਦੇ ਵਿੱਚ ਕਈ ਸਵਾਲ ਐਸੇ ਤੁਹਾਡੇ ਮਨ ਦੇ ਵਿੱਚ ਆਉਂਦੇ ਜਿਹੜੇ ਅਸੀਂ ਨਹੀਂ ਸਾਂਝੇ ਕਰ ਪਾਉਂਦੇ, ਬਟ ਉਹਦੇ ਲਈ ਇੱਕ ਸਰਵਿਸ ਤੁਹਾਡੇ ਲਈ ਛੱਡੀ ਜਾਂਦੀ ਹੈ। ਟੀਵੀ ਸਕਰੀਨ ਤੇ ਨੰਬਰ ਚਲਾਏ ਜਾ ਰਹੇ ਨੇ ਗੌਰਵ ਜੀ ਦੀ ਟੀਮ ਦੇ ਸੈਟਿੰਗ ਅਬਰੋਡ ਦੇ। ਕੋਈ ਵੀ ਮਨ ਦੇ ਵਿੱਚ ਡਾਊਟ ਆ ਰਿਹਾ ਹੈ, ਕੋਈ ਐਸਾ ਕਨਫਿਊਜ਼ਨ ਭਰਿਆ ਸਵਾਲ ਜੋ ਅਸੀਂ ਨਹੀਂ ਕਲੀਅਰ ਕਰ ਪਾ ਰਹੇ, ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਸਿੱਧਾ ਇਹਨਾਂ ਨਾਲ ਕਾਲ ਕਰਕੇ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ। ਉਹਦਾ ਕੋਈ ਚਾਰਜ ਨਹੀਂ ਹੈ। ਨਾਲੇ ਇਹਨਾਂ ਦੇ ਆਫਿਸ ਜੇ ਤੁਸੀਂ ਵਿਜ਼ਿਟ ਕਰਕੇ ਅਸੈਸਮੈਂਟ ਕਰਾਉਂਦੇ ਹੋ ਆਪਣੇ ਅਕੈਡਮਿਕ ਡਾਕੂਮੈਂਟ ਜਾ ਕੇ, ਉਹਦਾ ਵੀ ਕੋਈ ਚਾਰਜ ਤੁਹਾਨੂੰ ਨਹੀਂ ਦੇਣਾ ਪਏਗਾ। ਉਸ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਕਰ ਸਕਦੇ ਹੋ ਕਦੋਂ ਕਿਵੇਂ ਤੇ ਕਿਹਦੇ ਕੋਲੋਂ ਫਾਈਲ ਲਵਾਉਣਾ ਚਾਹੁੰਦੇ ਹੋ। ਸ਼ੁਰੂਆਤ ਕਰਨਾ ਚਾਹੁੰਦਾ ਮੈਂ ਨਿਊਜ਼ੀਲੈਂਡ ਤੋਂ। ਬਹੁਤ ਸੋਹਣੀ ਕੰਟਰੀ ਹੈ, ਬਹੁਤ ਵਧੀਆ ਕੰਟਰੀ ਹੈ। ਅੱਜ ਦੇ ਦੌਰ ਦੇ ਵਿੱਚ ਜੇ ਗੱਲ ਕਰੀਏ ਮੋਸਟ ਕ੍ਰੇਜ਼ ਜਿਹੜਾ ਦੇਖਿਆ ਜਾ ਰਿਹਾ ਉਹ ਨਿਊਜ਼ੀਲੈਂਡ ਵੱਲ ਸਟੂਡੈਂਟਸ ਦਾ ਦੇਖਿਆ ਜਾ ਰਿਹਾ। ਹਰ ਬੱਚਾ 10 ਚੋਂ ਮੈਂ ਕਹੂੰਗਾ 6 ਜਾਂ 7 ਕੁਐਰੀਜ਼ ਨੇ ਉਹ ਨਿਊਜ਼ੀਲੈਂਡ ਬਾਰੇ ਆ ਰਹੀਆਂ ਨੇ। ਕੀ ਕਾਰਨ ਰਹਿ ਰਿਹਾ ਇਹਦੇ ਪਿੱਛੇ ਤੇ ਕੀ ਫਾਇਦਾ ਹੈ ਨਿਊਜ਼ੀਲੈਂਡ ਜਾਣ ਵਾਲੇ ਵਿਦਿਆਰਥੀ ਨੂੰ ਜਿਹੜਾ ਉੱਥੇ ਜਾ ਕੇ ਪੜ੍ਹਦਾ ਹੈ? ਇਹ ਸਵਾਲ ਤੋਂ ਸ਼ੁਰੂਆਤ ਕਰਨਾ ਚਾਹੁੰਦਾ, ਕੀ ਕਹਿਣਾ ਕਰੋ। ਦੇਖੋ ਅਮਨ ਜੀ, ਜੋ ਦਰਸ਼ਕ ਮੈਨੂੰ ਸੁਣ ਰਹੇ ਨੇ ਜਾਂ ਜੋ ਨਿਊਜ਼ੀਲੈਂਡ ਦਾ ਸੁਪਨਾ ਦੇਖਦੇ ਨੇ ਕਿ ਅਸੀਂ ਨਿਊਜ਼ੀਲੈਂਡ ਜਾ ਕੇ ਸਕਸੈਸ ਹੋਣਾ ਜਾਂ ਨਿਊਜ਼ੀਲੈਂਡ ਜਾ ਕੇ ਪੜ੍ਹਨਾ ਹੈ, ਪਹਿਲੇ ਸਭ ਤੋਂ ਵੱਡੀ ਗੱਲ ਨਿਊਜ਼ੀਲੈਂਡ ਦਾ ਅਸੀਂ ਫਾਰਮੂਲਾ ਸਮਝ ਲਈਏ, ਉਹਦੇ ਵੀਜ਼ੇ ਲੈਣ ਦਾ ਇੱਕ ਮੰਤਰ ਸਮਝ ਲਈਏ। ਉਹਦਾ ਪਹਿਲਾ ਮੰਤਰ ਇਹ ਹੈ ਕਿ ਤੁਹਾਡੀ ਬੇਸਿਕ ਕੁਆਲੀਫਿਕੇਸ਼ਨ, ਤੁਹਾਡੀ ਲੈਂਗੁਏਜ ਤੇ ਕਮਾਂਡ ਤੇ ਤੁਹਾਡੇ ਫੰਡਸ, ਇਹ ਤਿੰਨ ਚੀਜ਼ਾਂ ਦਾ ਜਦੋਂ ਕੰਬੀਨੇਸ਼ਨ ਤੁਸੀਂ ਅਕੋਰਡਿੰਗਲੀ ਕਰ ਲੋਗੇ ਜਾਂ ਬਿਲਕੁਲ ਸਹੀ ਤਰੀਕੇ ਨਾਲ ਕਰ ਲੋਗੇ, ਔਰ ਚੌਥੀ ਚੀਜ਼ ਜੋ ਇਸ ਸਾਰੀ ਚੀਜ਼ਾਂ ਨੂੰ ਇਮਟੀਰੀਅਲ ਕਰ ਸਕਦੀ ਹੈ ਕਿਤੇ ਨਾ ਕਿਤੇ ਤੁਹਾਡਾ ਗੈਪ ਤੇ ਗੈਪ ਦਾ ਐਵੀਡੈਂਸ। ਜਦੋਂ ਇਸ ਚੀਜ਼ਾਂ ਦਾ ਦੇਖੋ, ਇੱਕ ਚੀਜ਼ ਮੈਂ ਬਹੁਤ ਜ਼ਰੂਰੀ ਕਹਿਣਾ ਚਾਹੁੰਦਾ, ਜਿਹੜੀ ਚੀਜ਼ ਮੇਰੇ ਗਲੇ ਨਹੀਂ ਉਤਰ ਰਹੀ ਉਹ ਮੈਂ ਤੁਹਾਡੇ ਗਲੇ ਨਹੀਂ ਉਤਾਰ ਸਕਦਾ, ਨਾ ਹੀ ਉਹ ਮੈਂ ਕਿਸੇ ਵੀ ਐਮਬੈਸੀ ਦੇ ਗਲੇ ਉਤਾਰ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਕਿਸੇ ਬੇਸਿਕ ਕੁਆਲੀਫਿਕੇਸ਼ਨ ਦੇ ਬੱਚੇ ਹਾਂ ਜਾਂ ਕੋਈ ਵੀ ਸਾਡੀ ਸਟਰੀਮ ਹੈ, ਉਹ ਸਟਰੀਮ ਲਾਈਨ ਤੋਂ ਨੈਕਸਟ ਸਟਰੀਮ ਸੇਮ ਹੋਣੀ ਚਾਹੀਦੀ ਹੈ। ਦੂਜੀ ਸਭ ਤੋਂ ਵੱਡੀ ਗੱਲ, ਜੋ ਤੁਸੀਂ ਫੰਡਸ ਦੀ ਰਿਕੁਆਇਰਮੈਂਟ, ਤੁਸੀਂ FTS ਵਿੱਚ ਜਾਣਾ ਹੈ, ਤੁਸੀਂ ਨੌਨ FTS ਵਿੱਚ ਜਾਣਾ ਹੈ, ਤੁਹਾਡੇ ਫੰਡਸ ਜੈਨੂਅਨ ਹੋਣੇ ਚਾਹੀਦੇ ਹੈ। ਕਿਉਂਕਿ ਅੰਬੈਸੀਜ਼ ਜੋ ਵੀਜ਼ਾ ਅਫਸਰ ਡਿਸੀਜ਼ਨ ਲੈ ਰਹੇ ਨੇ ਉਹ ਬਹੁਤ ਸ਼ਾਰਪ ਨੇ। ਉਹਨਾਂ ਨੇ 1 ਮਿੰਟ ਤੋਂ ਪਹਿਲੇ ਪੜ੍ਹ ਲੈਣਾ ਕਿ ਇਹ ਬੱਚੇ ਦੇ ਆਪਣੇ ਫੰਡਸ ਨੇ, ਇਹ ਜੋ ਗੈਪ ਦਾ ਐਵੀਡੈਂਸ ਦੇ ਰਿਹਾ ਹੈ ਇਹ ਐਵੀਡੈਂਸ ਆਥੈਂਟਿਕ ਹੈ, ਨਾਨ ਆਥੈਂਟਿਕ ਹੈ। ਦੇਖੋ ਬਹੁਤ ਜ਼ਿਆਦਾ ਕਨਫਿਊਜ਼ਨ, ਬਹੁਤ ਜ਼ਿਆਦਾ ਕੁਐਰੀਜ਼ ਸਾਡੇ ਤੱਕ ਆਉਂਦੀਆਂ ਨੇ, ਬਹੁਤ ਜ਼ਿਆਦਾ ਕਨਫਿਊਜ਼ਡ ਰਹਿੰਦਾ ਬੱਚਾ ਕਿ ਨਹੀਂ ਜੀ ਮੇਰੇ ਕੋਲ ਬਹੁਤ ਕੁਐਰੀਜ਼ ਡੇਲੀ ਆਫਿਸ ਦੇ ਵਿੱਚ ਆਉਂਦੀਆਂ ਨੇ। ਕੁਝ ਬੱਚੇ ਜੋ ਪ੍ਰਾਈਵੇਟ ਲਿਮਟਿਡ ਕੰਪਨੀਜ਼ ਵਿੱਚ ਜੌਬ ਕਰ ਰਹੇ ਨੇ। ਦੇਖੋ ਅੱਜ ਦੇ ਟਾਈਮ ਵਿੱਚ ਅੰਬੈਸੀ ਸਿਰਫ, ਅਗਰ ਆਪਾਂ ਗੈਪ ਦੀ ਗੱਲ ਕਰੀਏ, ਅੱਜ ਦੇ ਟਾਈਮ ਵਿੱਚ ਅੰਬੈਸੀ ਸਿਰਫ ਉਸ ਗੈਪ ਨੂੰ ਐਕਸੈਪਟ ਕਰ ਰਹੀ ਹੈ ਜਿੰਦਾ ਬੈਂਕ ਰਾਹੀਂ ਕੋਈ ਐਵੀਡੈਂਸ ਹੈ। ਇਦਾਂ ਨਹੀਂ ਕਿ ਅਸੀਂ ਕਿਸੇ ਵੀ ਕੰਪਨੀ ਦਾ ਇੱਕ ਲੈਟਰ ਹੈਡ ਲਿੱਤਾ, ਉੱਥੇ 4 ਲਾਈਨਾਂ ਲਿਖਤੀਆਂ ਤੇ ਲਾ ਦਿੱਤੀਆਂ ਸਾਡੇ ਕੋਲ ਕੰਮ ਕਰਦਾ ਸੀ, ਐਵੀਡੈਂਸ ਹੈਗਾ। ਦੇਖੋ ਕੰਪਨੀ ਨੇ ਆਪਣਾ ਕੰਮ ਕਰਤਾ, ਮੈਂ ਅਗਰ ਲਾਈਕ ਤੁਹਾਡੇ ਕੰਪਨੀ ਨੇ ਤੁਹਾਨੂੰ ਐਵੀਡੈਂਸ ਦਿੱਤਾ ਕਿ ਤੁਸੀਂ ਉਹਦੇ ਕੋਲ ਕੰਮ ਕਰ ਰਹੇ ਸੀ, ਪਰ ਤੁਸੀਂ ਉਸ ਕੰਪਨੀ ਵਿੱਚ ਜਿਸ ਡੈਜ਼ਿਗਨੇਸ਼ਨ ਤੇ ਕੰਮ ਕਰ ਰਹੇ ਸੀ, ਲਾਈਕ ਤੁਸੀਂ ਮੈਨੇਜਰ ਟ੍ਰੇਨੀ ਸੀ ਜਾਂ ਕੁਝ ਵੀ ਸੀ, ਤੁਹਾਡੀ SOP ਵਿੱਚ ਤੁਹਾਡੀ ਲੈਂਗੁਏਜ, ਤੁਹਾਡੇ ਦਿੱਤੇ ਗਏ ਇੰਟਰਵਿਊ ਵਿੱਚ ਤੁਹਾਡੀ ਜਿਹੜੇ ਯੂਜ਼ ਕੀਤੇ ਹੋਏ ਵਰਡ ਉਸ ਲੈਵਲ ਨੂੰ ਰਿਫਲੈਕਟ ਕਰਨੇ ਚਾਹੀਦੇ। ਇਹ ਨਹੀਂ ਕਿ ਬੱਚੇ ਦੀ ਜਿਹੜੀ ਇੰਗਲਿਸ਼ ਹੈ ਜਾਂ ਕਮਿਊਨੀਕੇਸ਼ਨ ਸਕਿੱਲ ਹੈ ਉਹ ਤਾਂ ਇੱਕ ਆਫਿਸ ਬॉय ਤੋਂ ਵੀ ਮਾੜਾ ਹੈ, ਔਰ ਆਪਣੇ ਆਪ ਨੂੰ ਜੋ ਨੇ 4 ਸਾਲ 5 ਸਾਲ ਕੰਮ ਨਹੀਂ ਕੀਤਾ ਉਸ ਦੇ ਵਿੱਚ ਉਹ ਆਪਣੇ ਆਪ ਨੂੰ ਕਿਸੇ ਆਫਿਸ ਦਾ ਸੁਪਰਵਾਈਜ਼ਰ ਦਿਖਾ ਰਿਹਾ ਹੈ ਜਾਂ ਮੈਨੇਜਰ ਦਿਖਾ ਰਿਹਾ ਹੈ। ਉਹ ਉੱਥੇ ਦੇਖੋ, ਮੈਂ ਫਿਰ ਉਹੀ ਗੱਲ ਕਹਿਣਾ ਵੀ ਇਹ ਗੱਲ ਸਾਡੇ ਵੀ ਗਲੇ ਨਹੀਂ ਉਤਰ ਰਹੀ, ਅਸੀਂ ਅੰਬੈਸੀ ਦੇ ਗਲੇ ਕਿਵੇਂ ਉਤਾਰ ਦਈਏ ਜਾਂ ਉਹਨੂੰ ਕਿਵੇਂ ਸਮਝਾ ਦਈਏ ਕਿ ਇਹ ਬੱਚਾ ਇਹ ਕੰਮ ਕਰ ਸਕਦਾ ਹੈ। ਕਰੋ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਆਲਰੇਡੀ ਪਹਿਲੇ ਅਸੈਸਮੈਂਟ ਦੇ ਵਿੱਚ ਇੱਕ ਕੰਸਲਟੈਂਟ ਨੂੰ ਵੀ ਪਤਾ ਲੱਗ ਜਾਂਦਾ, ਫਿਰ ਵੀ ਐਸੀਆਂ ਫਾਈਲਾਂ ਜਦੋਂ ਐਮਬੈਸੀ ਦੇ ਵਿੱਚ ਜਾਂਦੀਆਂ ਤਾਂ ਰਿਜੈਕਸ਼ਨ ਦੇ ਰੂਪ 'ਚ ਸਾਹਮਣੇ ਨਿਕਲ ਕੇ ਆਉਂਦੀਆਂ। ਰਿਜ਼ਲਟ ਰਿਜੈਕਸ਼ਨ ਕਿਉਂ ਫਿਰ ਉਹ ਫਾਈਲਾਂ ਨੂੰ ਫਾਈਲਿੰਗ ਕੀਤੀ ਜਾਂਦੀ ਹੈ ਜਾਂ ਪ੍ਰੈਜ਼ੈਂਟ ਕੀਤਾ ਜਾਂਦਾ ਜਦੋਂ ਕੋਈ ਕੰਸਲਟੈਂਟ ਹੀ ਜੱਜ ਕਰ ਲੈਂਦਾ ਵੀ ਹਾਂ ਵੀ ਇਹ ਗਲਤ ਬੋਲ ਰਿਹਾ ਹੈ?
ਦੇਖੋ ਅਸੀਂ ਬਹੁਤ ਵਾਰ ਇਹ ਗੱਲ ਕਹਿੰਦੇ ਆ, ਇਹ ਪ੍ਰੋਗਰਾਮ ਦੇ ਪੱਧਰ ਤੇ ਜਾਂ ਐਡਵਰਟਾਈਜ਼ਮੈਂਟ ਦੇ ਮਾਧਿਅਮ ਦੇ, ਕਿ ਜ਼ਰੂਰੀ ਨਹੀਂ ਕਿ ਅਸੀਂ ਇਸ ਨਾਲ ਵਾਲੇ ਦਾ ਦੇਖ ਕੇ ਬਹੁਤ ਵਾਰ ਡਿਸਕਸ਼ਨਸ ਹੋਈਆਂ ਕਿ ਸਾਡਾ ਨਾਲ ਵਾਲਾ ਕਿੱਥੇ ਜਾ ਰਿਹਾ ਹੈ, ਸਾਡੇ ਨਾਲ ਵਾਲੇ ਦਾ ਵੀਜ਼ਾ ਕਿਸ ਕੰਟਰੀ ਦਾ ਲੱਗਿਆ, ਅਸੀਂ ਵੀ ਉਸ ਕੰਟਰੀ ਦੇ ਵਿੱਚ ਜਾ ਸਕਦੇ ਹਾਂ, ਐਜਾ ਕਦੇ ਕੁਝ ਨਹੀਂ ਹੋ ਸਕਦਾ। ਦੂਜੀ ਸਭ ਤੋਂ ਵੱਡੀ ਗੱਲ, ਕੰਸਲਟੈਂਟ ਨੂੰ ਪਤਾ ਲੱਗ ਜਾਂਦਾ, ਅਸੀਂ ਖੁਦ ਬੱਚਿਆਂ ਨੂੰ ਦੱਸਦੇ ਹਾਂ ਕਿ ਬ੍ਰਦਰ ਤੇਰਾ ਇਹ ਐਵੀਡੈਂਸ ਨਹੀਂ ਚੱਲਣਾ, ਜਾਂ ਤੂੰ ਖਾਸ ਕਰ ਸਪਾਊਸ ਕੇਸਿਸ ਵਿੱਚ ਬੱਚੇ ਬਹੁਤ ਕਨਫਿਊਜ਼ ਨੇ, ਨਹੀਂ ਜੀ ਮੇਰਾ ਸਪਾਊਸ ਨਾਲ ਜਾਏਗਾ, ਲੈਵਲ 8 ਦੇ ਦਿਓ, ਲੈਵਲ 7 ਦੇ ਦਿਓ। ਐਕਚੁਅਲੀ ਵਿੱਚ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਕਿ ਲੈਵਲ 7 ਦੀ ਕੀ ਵੈਲਿਊ ਹੈ, ਲੈਵਲ 8 ਦੀ ਕੀ ਵੈਲਿਊ ਹੈ। ਲੈਵਲ 8 ਕਿਸ ਤਰ੍ਹਾਂ ਮਿਲੇਗਾ, ਕਿਸੇ ਅੱਛੀ ਕੈਟਾਗਰੀ 1 ਦੇ ਕਾਲਜ ਦੇ ਵਿੱਚ, ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਕਿਸ ਤਰ੍ਹਾਂ ਮਿਲੇਗੀ, ਟੈਸਟ ਦੇਣਾ ਪਏਗਾ। ਦੇਖੋ ਗੱਲ ਇਹ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਫਰ ਲੈਟਰਸ ਤੁਸੀਂ ਮੰਗਾ ਸਕਦੇ ਹੋ, ਆਫਰ ਲੈਟਰ ਦੀ ਸਰਵਿਸਿਜ਼ ਬਿਲਕੁਲ ਕੋਸਟ ਫ੍ਰੀ ਹੈ, ਪਰ ਆਫਰ ਲੈਟਰ ਮੰਗਾਉਣ ਲਈ ਵੀ ਸਾਨੂੰ ਥੋੜਾ ਟੈਸਟ ਦਵਾਉਣਾ ਪਏਗਾ, ਕਿਉਂਕਿ ਉਹ ਗੱਲਾਂ ਖਤਮ ਹੋ ਗਿਆ ਜਦੋਂ ਆਪਾਂ ਇੱਕ ਨਿਊਜ਼ੀਲੈਂਡ ਨੂੰ ਇੱਕ ਐਵੀਡੈਂਸ ਦੇ ਦਿੰਦੇ ਸੀ, MOI ਦੇ ਕੇ ਮੰਗਵਾ ਲੈਂਦੇ ਸੀ। ਹੁਣ ਐਜਾ ਕੁਝ ਨਹੀਂ ਹੈ, ਉਹਨਾਂ ਨੇ ਤੁਹਾਡਾ ਇੰਗਲਿਸ਼ ਲੈਂਗੁਏਜ ਦਾ ਟੈਸਟ ਲੈਣਾ, ਇੰਗਲਿਸ਼ ਲੈਂਗੁਏਜ ਦਾ ਟੈਸਟ ਲੈਣ ਤੋਂ ਬਾਅਦ ਉਹਨਾਂ ਨੇ ਤੁਹਾਡੀ ਫੋਨ ਤੇ ਇੰਟਰਵਿਊ ਲੈਣੀ ਹੈ, ਉਸ ਇੰਟਰਵਿਊ ਤੇ ਲੈਂਗੁਏਜ ਟੈਸਟ। ਦੇਖੋ ਬੱਚੇ ਜੀ ਇੱਥੇ ਕੀ ਹੋ ਰਿਹਾ, ਕਈ ਜਗ੍ਹਾ ਤੇ ਮਾਫ ਕਰਨਾ ਰੋਕਣਾ ਚਾਹੂੰਗਾ, ਕਈ ਜਗ੍ਹਾ ਤੇ ਏਜੰਟਸ ਵੱਲੋਂ ਕਿਹਾ ਜਾਂਦਾ ਹੈ ਬੱਚਿਆਂ ਨੂੰ ਵੀ ਤੁਹਾਡਾ ਅਸੀਂ ਟੈਸਟ ਕਲੀਅਰ ਕਰਾ ਦਿਆਂਗੇ, ਜਾਂ ਬੱਚੇ ਦੀ ਜਗ੍ਹਾ ਆਪ ਟੈਸਟ ਦਿੱਤਾ ਜਾਂਦਾ, ਜਾਂ ਜੋ ਵੀ ਕਰਦੇ ਆ ਉਸ ਚੀਜ਼ ਨੂੰ ਬੱਚੇ ਵੀ ਐਪਰੀਸ਼ੀਏਟ ਕਰਕੇ ਮੰਨ ਲੈਂਦੇ ਆ ਕਿ ਉਸ ਵਿਦਿਆਰਥੀ ਦਾ ਨੁਕਸਾਨ ਨਹੀਂ ਹੈ ਜਿਹੜਾ ਟੈਸਟ ਵੀ ਆਪ ਨਹੀਂ ਦੇ ਰਿਹਾ। ਬਿਲਕੁਲ 100% ਤੁਸੀਂ ਗੱਲ ਸਮਝੋ, ਟੈਸਟ 100 ਨੰਬਰ ਦਾ, ਉਹਦੇ ਵਿੱਚੋਂ ਜਦੋਂ ਏਜੰਟ ਆਪਣੇ ਦਫ਼ਤਰ ਦੇ ਵਿੱਚ ਟੈਸਟ ਕਰ ਦੂਗਾ, ਉਹਦੇ ਨੰਬਰ ਆਣਗੇ 80 90। ਹੁਣ ਜੋ ਬੱਚਾ ਇੱਕ ਟੈਸਟ ਦੇ ਵਿੱਚ 80 ਨੰਬਰ ਲੈ ਰਿਹਾ, ਉਹ ਆਈਲੈਟਸ ਕਿਉਂ ਨਹੀਂ ਕਰ ਰਿਹਾ? ਉਹਨੂੰ ਐਮਬੈਸੀ ਇਸ ਬੇਸ ਤੇ ਰਿਜੈਕਸ਼ਨ ਦੇ ਦੇਗੀ ਕਿ ਇੱਕ ਬੱਚਾ ਹੈ, ਉਹਦੀ ਇੰਗਲਿਸ਼ ਤੇ ਇੰਨੀ ਅੱਛੀ ਕਮਾਂਡ ਹੈ ਕਿ ਉਹ 80% ਸਕੋਰ ਕਰ ਰਿਹਾ ਹੈ, ਤੇ ਇਹ ਕਿਵੇਂ ਪੋਸਿਬਿਲਿਟੀ ਹੈ ਕਿ ਉਹ ਆਈਲੈਟਸ ਨਹੀਂ ਦੇ ਰਿਹਾ? ਇਹ ਤਾਂ ਉਹੀ ਬੱਚਾ ਕਰੇਗਾ ਜੋ 50 60 70% ਦਾ ਬੱਚਾ। ਕਈ ਚਾਂਸਸ ਐਸੇ ਵੀ ਨੇ ਜਿਨ੍ਹਾਂ ਦੇ ਬਹੁਤ ਵਧੀਆ ਨੰਬਰ ਸੀ, ਉਹਨਾਂ ਨੂੰ ਫਿਜ਼ੀਕਲੀ ਇੰਟਰਵਿਊ ਲਈ ਪਰਸਨਲੀ ਵੀ ਕਾਲ ਕਰ ਲਈ ਗਈ ਹੈ। ਤੁਸੀਂ ਔਰ ਇਹਦੇ ਵਿੱਚ ਤੁਸੀਂ 3 ਮੋਡਿਊਲ ਤਾਂ ਲਿਖ ਕੇ ਦੇ ਦੋਗੇ, ਪਰ ਪਰਸਨਲੀ ਕਾਲਜ ਨੇ ਵੀ ਤੁਹਾਡੀ ਇੰਟਰਵਿਊ ਲੈਣੀ ਹੈ। ਚਲੋ ਉਹ ਇੰਟਰਵਿਊ ਕਿਸੇ ਹੋਰ ਨੇ ਦਿੱਤੀ, ਤੁਹਾਡਾ ਕਾਲਜ ਤੋਂ ਆਫਰ ਲੈਟਰ ਆ ਗਿਆ, ਪਰ SOP ਤੁਸੀਂ ਆਪਣੇ ਹੱਥ ਤੋਂ ਲਿਖੋਗੇ, ਵੀਜ਼ਾ ਅਫਸਰ ਨੇ ਤੁਹਾਡੇ ਲਿੱਤੇ ਗਏ ਡਾਕੂਮੈਂਟਸ, ਲਿੱਤੇ ਗਏ ਮਾਰਕਸ 10th ਜਾਂ +2 ਦੇ ਵਿੱਚ, ਔਰ ਪਲੱਸ ਤੁਹਾਡੇ ਟੈਸਟ ਦੇ ਵਿੱਚ ਆਏ ਹੋਏ ਮਾਰਕਸ ਦੇ ਵਿੱਚ ਹੀ ਕਨਕਲੂਜਨ ਕੱਢ ਲੈਣਾ ਕਿ ਇਹ ਤੁਸੀਂ ਦਿੱਤਾ ਜਾਂ ਕਿਸੇ ਹੋਰ ਨੇ ਦਿੱਤਾ। ਇੱਕ ਹੋਰ ਚੀਜ਼ ਹੈ ਗੌਰਵ ਜੀ, ਇੱਥੋਂ ਕਈ ਵਾਰੀ ਅਸੀਂ ਸਾਂਝਾ ਕੀਤਾ, ਲੇਟੈਸਟ ਖਬਰ ਇਹ ਸੀ ਵੀ ਪਰਮਦੀਪ ਜਿਹੜੇ ਮੈਂ ਕਹੂੰਗਾ ਰਿਪਰੈਜ਼ੈਂਟੇਟਿਵ ਨੇ, ਮਾਰਕੀਟਿੰਗ ਹੈਡ ਨੇ, ਡਾਇਰੈਕਟਰ ਨੇ ਵਾਇਰੇਕੀ ਕਾਲਜ ਦੇ, ਉਹ ਦੱਸ ਰਹੇ ਸੀ ਵੀ ਕਈ ਬੱਚਿਆਂ ਦੇ ਉੱਥੇ ਟੈਸਟ ਲਏ ਗਏ ਜਿਹੜੇ ਅੰਗਰੇਜ਼ੀ ਬਿਲਕੁਲ ਹੀ ਨਹੀਂ ਜਾਣਦੇ। ਕਈਆਂ ਨੂੰ ਤਾਂ ਕਹਿੰਦੇ ਕਾਲਜ ਵੱਲੋਂ ਹੱਥ ਜੋੜ ਦਿੱਤਾ ਗਿਆ ਵੀ ਤੁਸੀਂ ਆਪਣੀ ਫੀਸ ਲਾਓ ਤੇ ਵਾਪਸ ਚਲੇ ਜਾਓ, ਸਾਡੇ ਪਾਸ ਦਾ ਨਹੀਂ ਹੈ, ਕਿਉਂਕਿ ਕਾਲਜ ਦੀ ਪਰਫਾਰਮੈਂਸ ਤੇ ਉਹਨਾਂ ਦੀ ਰੈਪੂਟੇਸ਼ਨ ਤੋਂ ਵੀ ਫਰਕ ਹੁੰਦਾ। ਕਈਆਂ ਨੂੰ ਪੈਸੇ ਲੈ ਕੇ ਅੰਗਰੇਜ਼ੀ ਪੜ੍ਹਾਈ ਜਾ ਰਹੀ ਹੈ, ਇੱਕ ਜਿਹੜਾ ਮੇਨ ਕੋਰਸ ਆ ਉਹ ਤੋਂ ਹਟਾ ਦਿੱਤਾ ਗਿਆ, ਸਿਰਫ ਅੰਗਰੇਜ਼ੀ ਲਈ ਅਲੱਗ ਫੀਸ ਪੇ ਕਰਨੀ ਪੈ ਰਹੀ ਹੈ ਬੱਚਿਆਂ ਨੂੰ। ਕੀ ਇਹ ਨੁਕਸਾਨ ਨਹੀਂ ਹੈ ਬੱਚਿਆਂ ਦਾ ਫਾਈਨੈਂਸ਼ੀਅਲੀ? ਦੇਖੋ ਫਾਈਨੈਂਸ਼ੀਅਲੀ ਨੁਕਸਾਨ ਹੈ, ਪਲੱਸ ਕਿੰਨੀ ਵੱਡੀ ਹਰਾਸਮੈਂਟ ਹੈ। ਫਿਰ ਦੇਖੋ ਆਉਣ ਵਾਲੇ ਟਾਈਮ ਵਿੱਚ ਜਿਹੜਾ ਬੱਚਾ ਪਹਿਲਾਂ ਹੀ ਇੱਥੋਂ ਆਪਣਾ ਜਿਹੜਾ ਅੰਗਰੇਜ਼ੀ ਕਿਸੇ ਹੋਰ ਤੋਂ ਟੈਸਟ ਦਵਾ ਕੇ ਜਾ ਰਿਹਾ ਜਾਂ ਅੰਗਰੇਜ਼ੀ ਤੋਂ ਡਰ ਕੇ ਜਾ ਰਿਹਾ, ਉਹਨੂੰ ਅੱਗੇ ਇਹੋ ਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਔਰ ਦੇਖੋ ਕਿੰਨੀ ਦੇਰ ਤੱਕ ਬਚੇਗਾ, ਕਿਸੇ ਨਾ ਕਿਸੇ ਮੋੜ ਤੇ ਲੈਂਗੁਏਜ ਦਾ ਸਾਹਮਣਾ ਤਾਂ ਕਰਨਾ ਹੀ ਪਏਗਾ। ਇੰਗਲਿਸ਼ ਕੰਟਰੀ ਹੈ, ਬਿਲਕੁਲ ਇੰਗਲਿਸ਼ ਕੰਟਰੀ ਬੋਲਣਾ ਪਏਗਾ। ਦੂਜੀ ਚੀਜ਼, ਇਹੋ ਜੀ ਕੋਈ ਵੀ ਗੱਲ ਨਹੀਂ ਹੈ ਕਿ ਕੋਈ ਵੀ ਬੱਚਾ ਇੰਗਲਿਸ਼ ਦੇ ਵਿੱਚ 5.5 ਬੈਂਡ ਨਹੀਂ ਲੈ ਸਕਦਾ ਜੋ +2 ਪਾਸ ਹੈ। ਜ਼ਰੂਰਤ ਹੈ ਉਹਨੂੰ ਆਪਣੇ ਆਪ ਨੂੰ ਸੈਲਫ ਮੋਟੀਵੇਟ ਕਰਨ ਦੀ, ਜਲਦਬਾਜ਼ੀ ਨਹੀਂ ਦਿਖਾਉਣ ਦੀ। ਔਰ ਆਉਣ ਵਾਲੇ ਜਨਵਰੀ ਤੋਂ ਬਾਅਦ ਅਸੀਂ ਇਹ ਵੀ ਪ੍ਰੈਡਿਕਸ਼ਨਸ ਕਰ ਰਹੇ ਹਾਂ ਜਾਂ ਇਹ ਵੀ ਦੇਖ ਰਹੇ ਹਾਂ ਜੋ ਐਮਬੈਸੀ ਦਾ ਰੁਖ ਹੈ ਕਿ ਇਹ ਵਿਦਆਊਟ ਆਈਲੈਟਸ ਕਲੋਜ਼ ਹੋ ਜਾਏਗਾ, ਕਿਉਂਕਿ ਜਿਸ ਤਰ੍ਹਾਂ ਦਾ ਅਬਿਊਜ਼ ਬਹੁਤ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦਾ ਕਾਲਜ ਰਿਫਿਊਜ਼ ਕਰ ਰਿਹਾ, ਜਿਸ ਤਰ੍ਹਾਂ ਦਾ ਰਿਫਿਊਜ਼ਲ, ਜਿੰਨੀ ਜੋ ਜਲਦੀ ਫਾਈਲਾਂ ਲੱਗ ਰਹੀਆਂ ਉਨੀ ਜਲਦੀ ਰਿਫਿਊਜ਼ਲਸ ਆ ਰਹੀਆਂ ਨੇ। ਈਵਨ ਪਹਿਲੇ ਅਸੀਂ ਸੋਚਦੇ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਅਗਰ ਬੱਚਾ ਰਿਫਿਊਜ਼ ਹੋਏਗਾ ਤੇ ਉਹ ਕਿਤੇ ਨਾ ਕਿਤੇ ਇੰਟਰਵਿਊ ਬੇਸਡ ਹੋਏਗਾ। ਹੁਣ ਮੈਂ ਇਹ ਦੇਖ ਰਿਹਾ ਐਮਬੈਸੀਜ਼ ਦੇ ਵਿੱਚ ਟ੍ਰੇਨਿੰਗ ਤੇ ਜਾਂਦੇ ਬਹੁਤ ਕੁਝ ਦੇਖਿਆ ਕਿ 80% ਬੱਚਿਆਂ ਨੂੰ ਤਾਂ ਪੁੱਛਿਆ ਨਹੀਂ ਜਾਂਦਾ, ਉਹਨਾਂ ਦੀ ਡਾਕੂਮੈਂਟੇਸ਼ਨ ਫਾਈਲਿੰਗ ਦੇ ਉੱਤੇ ਹੀ। ਅਸੀਂ ਇੱਕ ਬੱਚਾ ਮੇਰੇ ਕੋਲ ਰਿਫਿਊਜ਼ਲ ਲੈਟਰ ਲੈ ਕੇ ਆਇਆ, ਉਹ ਕਿਸੇ ਕੰਟਰੀ ਵਿੱਚ ਜਾਣਾ ਸੀ, ਉਸ ਦੇ ਵਿੱਚ ਉਸ ਕੰਸਲਟੈਂਟ ਨੇ ਇਹ ਬਣਾਇਆ ਹੋਇਆ ਕਿ ਇਹ ਲੈਕਚਰਰ ਹੈ, ਇਹਨੇ ਉੱਥੇ ਕਿਸੇ ਵਿਜ਼ਿਟ ਤੇ ਜਾਣਾ, ਪਰ ਉਸ ਫਾਰਮ ਦੇ ਵਿੱਚ ਉਹਦੀ ਕੁਆਲੀਫਿਕੇਸ਼ਨ ਨਹੀਂ ਭਰੀ ਹੋਈ ਸੀ, ਜਦ ਕਿ ਉਹ ਕੰਟਰੀ ਲਿਖਦੀ ਹੈ ਕਿ ਅਗਰ ਤੁਸੀਂ 10th ਤੋਂ ਉੱਤੇ ਪਾਸ ਹੋ ਤਾਂ ਤੁਹਾਨੂੰ ਕੁਆਲੀਫਿਕੇਸ਼ਨ ਲਿਖਣੀ ਜ਼ਰੂਰੀ ਹੈ। ਦੇਖੋ ਕੁਝ ਚੀਜ਼ਾਂ ਆਪਣੇ ਆਪ ਨੂੰ ਕੰਟਰਡਿਕਟ ਕਰਦੀਆਂ। ਜੋ ਵੀਜ਼ਾ, ਦੇਖिए ਐਮਬੈਸੀਜ਼ ਵੀਜ਼ਾ ਦੇਣ ਲਈ ਬੈਠੀਆਂ, ਇਤਨੀ ਵੱਡੀ ਐਮਬੈਸੀ ਖੁੱਲੀਆਂ ਨੇ ਐਮਬੈਸੀ ਵੀਜ਼ਾ ਦੇਣ ਲਈ, ਪਰ ਬੰਦਾ ਬੋਲੇ ਤਾਂ ਸਹੀ, ਆਪਣੇ ਆਪ ਨੂੰ ਵੈਰੀਫਾਈ ਕਰਦਾ ਹੈ ਜੀ।
ਬੱਚਾ ਖੁਦ ਹੀ ਕੌਨਫੀਡੈਂਟ ਨਹੀਂ ਹੈ, ਬੱਚਾ ਖੁਦ ਬਲਾਈਂਡ ਗੇਮ ਖੇਲ ਰਿਹਾ ਹੈ। ਉਹ ਕਿੱਦਾਂ ਸੋਚ ਸਕਦਾ ਹੈ ਕਿ ਮੈਨੂੰ ਸਾਹਮਣੇ ਵਾਲਾ ਇੱਕ ਇੰਨਾ ਸਿਆਣਾ ਜਿਹਨੇ ਇੰਨੀ ਦੁਨੀਆ ਦੇਖੀ ਹੈ ਉਹ ਇੱਕ ਸਾਡੀ ਗੱਲ ਮੰਨ ਲਏਗਾ ਔਰ ਦੇ ਦੇਗਾ। ਕਰੋ ਜੀ, ਇੱਕ ਹੋਰ ਚੀਜ਼ ਸਾਹਮਣੇ ਆਈ ਹੈ ਅੱਜ, ਬੜੀ ਮੈਨੂੰ ਕਨਫਿਊਜ਼ਨ ਵੀ ਰਹੀ ਜਦੋਂ ਬੱਚੇ ਇਹੋ ਜਿਹੇ ਸਵਾਲ ਕਰਦੇ ਨੇ ਕਿਸੇ ਥਰੂ ਵੀ, ਚਾਹੇ ਪਹੁੰਚਦੇ ਸਾਡੇ ਕੋਲ ਸਵਾਲ ਨਾਨ ਐਫਟੀਐਸ ਜਾਣ ਲਈ ਬੱਚੇ ਨੂੰ ਜਿਨ੍ਹਾਂ ਕੋਲ ਫੰਡਸ ਨਹੀਂ ਹੈ ਪੁਰਾਣੇ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਵੀ ਨਾਨ ਐਫਟੀਐਸ ਤੁਸੀਂ ਜਾ ਸਕਦੇ ਹੋ। ਕਿਸ ਤਰ੍ਹਾਂ ਭੇਜਿਆ ਜਾ ਰਿਹਾ ਪਤਾ ਨਹੀਂ, ਬੱਚਿਆਂ ਵੱਲੋਂ ਇਹ ਕਿਹਾ ਜਾ ਰਿਹਾ ਸਾਡਾ ਕਹਿੰਦੇ ਜੀ ਤੁਹਾਡਾ ਰਿਲੇਸ਼ਨ ਸ਼ੋ ਕਰ ਦਾਂਗੇ ਜਾਂ ਤੁਹਾਡਾ ਬੈਂਕ ਦੇ ਵਿੱਚ ਕੋਈ ਸੈਟਿੰਗ ਹੈ, ਅਸੀਂ ਰਿਲੇਸ਼ਨ ਬਣਾ ਕੇ ਤੁਹਾਡੇ ਮਾਮਾ ਚਾਚਾ ਤਾਇਆ ਬਣਾ ਦਾਂਗੇ। ਇਹ ਕੀ ਵਾਪਰ ਕੀ ਰਿਹਾ, ਕੀ ਹੋ ਰਿਹਾ ਹੈ ਬੱਚਿਆਂ ਨਾਲ ਜਿਹੜੇ ਪੜ੍ਹਨ ਜਾਣਾ ਚਾਹੁੰਦੇ ਨੇ? ਦੇਖੋ ਜੀ, ਇਹ ਖਾਸ ਕਰ ਗਲਤੀ ਬੱਚਿਆਂ ਦੀ ਹੈ ਜਦੋਂ ਅਸੀਂ ਬੱਚਿਆਂ ਨੂੰ ਬਹੁਤ ਲਾਈਵਲੀ, ਬਹੁਤ ਪਾਰਸ਼ਲੀ ਫ੍ਰੀ ਕਿਹਾ ਜਾਂਦਾ ਹੈ ਕਿ ਅਗਰ ਤੁਹਾਡੇ ਕੋਲ ਪੁਰਾਣੇ ਫੰਡਸ ਨਹੀਂ ਹੈ, ਤੁਹਾਡਾ ਬੈਕਗ੍ਰਾਉਂਡ ਨਹੀਂ ਹੈ, ਤੁਸੀਂ ਐਫਡੀਐਸ ਦੇ ਵਿੱਚ ਅਪਲਾਈ ਕਰੋ, ਕਿਉਂਕਿ ਕਿਤੇ ਨਾ ਕਿਤੇ ਰਿਲੇਸ਼ਨ ਫੜਿਆ ਜਾਏਗਾ। ਕੋਈ ਵੀ ਚੀਜ਼ ਜੋ ਫੈਬਰੀਕੇਸ਼ਨ ਹੈ, ਫੈਬਰੀਕੇਸ਼ਨ ਫੜੀ ਜਾਏਗੀ, ਜੋ ਵੀ ਫੇਕ ਹੈ ਉਹ ਸਾਹਮਣੇ ਆਏਗਾ। ਔਰ ਅਗਰ ਤੁਸੀਂ ਅਮੈਂਡਮੈਂਟ ਦੇਖੋ ਤੇ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਲਿਖ ਕੇ ਲਾਇਆ ਹੈ ਕਿ ਬਹੁਤ ਜਲਦੀ ਬਹੁਤ ਇਮੀਗ੍ਰੇਸ਼ਨ ਜੋ ਮਾਰ ਏਜੰਟ ਹੈ ਉਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਐਸਵੀਪੀ ਨੂੰ ਬਹੁਤ ਅਬਿਊਜ਼ ਕੀਤਾ। ਦੂਜੀ ਚੀਜ਼, ਸੇਮ ਨਿਊਜ਼ੀਲੈਂਡ ਇਸ ਲੈਵਲ ਤੇ ਆ ਰਿਹਾ ਹੈ ਔਰ ਉਹ ਇਹ ਗੱਲ ਕਹਿ ਰਹੇ ਨੇ ਕਿ ਜੇ ਅਸੀਂ ਕੁਝ ਸਹੂਲਤਾਂ ਜਾਂ ਕੁਝ ਲੈਵਲ ਵਧਾ ਦਿੱਤਾ ਕਿ ਅਸੀਂ ਇਸ ਬੱਚਿਆਂ ਲਈ ਇੱਕ ਰਾਹ ਈਜ਼ੀ ਕਰਤੀ, ਉਹਨੂੰ ਅਬਿਊਜ਼ ਨਹੀਂ ਕਰਨਾ ਚਾਹੀਦਾ। ਦੇਖੋ ਪੈਸੇ ਤਾਂ ਲਾਉਣੇ ਹੀ ਪੈਣਗੇ, ਜਿਵੇਂ ਅਮਨ ਜੀ ਨੇ ਕਿਹਾ, ਅਗਰ ਆਪਾਂ ਐਫਟੀਐਸ ਦੇ ਵਿੱਚ ਨਹੀਂ ਗਏ, ਨੋਨ ਐਫਟੀਐਸ ਵਿੱਚ ਚਲੇ ਗਏ, ਲੈਂਗੁਏਜ ਨਾਲ ਅਬਿਊਜ਼ਿੰਗ ਕਰਕੇ ਚਲੇ ਗਏ, ਅਮਨ ਜੀ ਦੱਸ ਰਹੇ ਉੱਥੇ ਜਾ ਕੇ ਪੜ੍ਹਨਾ ਪਏਗਾ, ਉੱਥੇ ਜਾ ਕੇ ਇੰਗਲਿਸ਼ ਕਲਾਸ ਲਾਉਣੀਆਂ ਪੈਣਗੀਆਂ, $5-10 ਦੇਣਾ ਪਏਗਾ। ਤੁਸੀਂ ਉਸ ਟਾਈਮ ਉਸ ਰਾਹ ਤੇ ਪਹੁੰਚ ਜਾਓਗੇ ਜਿੱਥੇ ਅੱਗੇ ਖੂਆ ਤੇ ਪਿੱਛੇ ਖਾਈ। ਕਈ ਏਜੰਟਾਂ ਨੂੰ ਪਤਾ ਵੀ ਹੈ ਉੱਥੇ ਵੀ ਇਹ ਚੀਜ਼ਾਂ ਲਈਆਂ ਜਾ ਰਹੀਆਂ, ਬਟ ਫਿਰ ਵੀ ਐਸੇ ਬੱਚੇ ਨੂੰ ਭੇਜ ਦਿੱਤਾ ਜਾਂਦਾ। ਸੋ ਇਹ ਨੁਕਸਾਨ ਬੱਚੇ ਦਾ, ਬੱਚੇ ਜਦ ਤੱਕ ਅਵੇਅਰ ਨਹੀਂ ਰਹਿੰਦੇ, ਗੌਰਵ ਦੀ ਗੱਲ ਬਿਲਕੁਲ ਸਹੀ ਹੈ, ਬੱਚੇ ਨੂੰ ਪਤਾ ਹੋਣ ਦੇ ਬਾਵਜੂਦ ਐਸੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜੋ ਕਿ ਨਹੀਂ ਕਰਨੀਆਂ ਚਾਹੀਦੀਆਂ। ਇੱਕ ਜੈਨੂਇਨ ਸਟੂਡੈਂਟ ਦੇ ਤੌਰ ਤੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਬਿਲਕੁਲ ਸਟੂਡੈਂਟ ਦੀ ਤਰ੍ਹਾਂ ਸੋਚ ਰੱਖਣੀ ਚਾਹੀਦੀ ਹੈ। ਬਿਲਕੁਲ ਅਮਨ ਜੀ, ਔਰ ਦੂਜੀ ਗੱਲ ਇਹ ਹੈ ਕਿ ਅਗਰ ਤੁਹਾਡੇ ਕੋਲ ਫੰਡਸ ਨਹੀਂ ਹੈਗੇ, ਤੁਸੀਂ ਲੋਨ ਲੈ ਲਓ, ਬੈਂਕ ਲੋਨ ਦਿੰਦਾ ਹੈ, ਤੁਸੀਂ ਪ੍ਰਾਪਰਟੀ ਅਗੇਂਸਟ ਲੋਨ ਲੈ ਲਓ। ਜਾਂ ਤੁਸੀਂ ਐਡਵਰਟਾਈਜ਼ਮੈਂਟ ਦੇਖੋ, ਆਈਪੀਪੀ ਤੋਂ ਇਲਾਵਾ ਆਪਾਂ ਨਾਨ ਆਈਪੀਪੀ ਦੀ ਗੱਲ ਹੀ ਨਹੀਂ ਕਰ ਰਹੇ ਐਡਵਰਟਾਈਜ਼ਮੈਂਟ ਦੇ ਵਿੱਚ। ਜ਼ਿਆਦਾਤਰ ਜਿਹੜੇ ਕੰਸਲਟੈਂਟ ਏਜੰਟਸ ਨੇ, ਕੀ ਸਿਰਫ ਗੌਰਵ ਜੀ ਆਈਪੀਪੀ ਰਸਤਾ ਰਹਿ ਗਿਆ, ਨਾਨ ਆਈਪੀਪੀ ਵੀਜ਼ਾ ਨਹੀਂ ਆ ਰਹੇ? ਦੇਖੋ ਸਰ, ਐਸਾ ਕੁਝ ਨਹੀਂ ਹੈ, ਇਹ ਤਾਂ ਇੱਕ ਚੀਜ਼ ਜੋ ਨਵੀਂ ਇੰਟਰੋਡਿਊਸ ਹੋ ਗਈ। ਮੈਂ ਹਰ ਵਾਰੀ ਇਹ ਗੱਲ ਕਹਿਣਾ ਕਿ ਇਫ ਯੂ ਨੋਟ ਕਨਫਰਮ ਦੈਮ ਦੈਨ ਕਨਫਿਊਜ਼ਡ ਦੈਮ। ਇਹ ਇੱਕ ਵਿਚਲੇ ਏਜੰਟ ਦੀ ਤਕਨੀਕ ਹੋ ਗਈ ਕਿ ਕਨਫਰਮ ਨਹੀਂ ਕਰ ਸਕਦੇ, ਕਨਫਿਊਜ਼ ਕਰ ਦੋ। ਹੁਣ ਆਈਪੀਪੀ एक्चुअली आईपी ਦੀ ਟੈਕਨੀਕੈਲਿਟੀਜ਼ ਹੀ ਨਹੀਂ ਪਤਾ, ਕਿਹੜਾ ਬੱਚਾ ਜਾਏਗਾ, ਕਿਉਂ ਜਾਏਗਾ, ਕਿਸ ਬੇਸ ਤੇ ਜਾਏਗਾ ਔਰ ਕਿਸ ਬੱਚੇ ਲਈ ਉਹ ਡਿਜ਼ਾਈਨ ਕੀਤਾ ਗਿਆ ਹੈ। ਅਗਰ ਇੱਕ ਫਾਸਟ ਰਨਰ ਨੂੰ ਇੱਕ ਦੂਜੀ ਫੀਲਡ ਦੇ ਵਿੱਚ ਲਾ ਕੇ ਔਰ ਆਪਾਂ ਕਹਿ ਦਾਂਗੇ ਆਈਪੀਪੀ ਹੈ ਤਾਂ ਉਹ ਆਈਪੀਪੀ ਨਹੀਂ ਹੈ। ਆਈਪੀਪੀ ਹੈ ਸਿਰਫ ਉਹਨਾਂ ਬੱਚਿਆਂ ਵਾਸਤੇ ਜੋ ਸਟ੍ਰੀਮਲਾਈਨ ਪੜ੍ਹ ਰਹੇ ਨੇ, ਮੈਨੇਜ ਪੜ੍ਹਾਈ ਹੈ, ਮੈਨੇਜੇਬਲ ਫੰਡ ਹੈ ਔਰ ਵਧੀਆ ਲੈਵਲ ਦੀ ਇੰਗਲਿਸ਼ ਤੇ ਕਮਾਂਡ ਹੈ, ਉਹਨਾਂ ਵਾਸਤੇ ਆਈਪੀਪੀ ਬਣਾਇਆ ਗਿਆ ਹੈ। ਬਾਕੀ ਜਨਰਲ ਕੈਟਾਗਰੀਜ਼ ਨੇ, ਤੁਸੀਂ ਇਹ ਦੇਖਣਾ ਹੈ ਕਿ ਤੁਹਾਡਾ ਐਕਚੁਅਲੀ ਵਿੱਚ ਜੋ ਪ੍ਰੋਫਾਈਲ ਹੈ ਉਹ ਕਿਸ ਤਰ੍ਹਾਂ ਮੈਚ ਹੁੰਦਾ ਹੈ, ਕਿਸ ਕੰਟਰੀ ਨਾਲ ਮੈਚ ਹੁੰਦਾ ਹੈ ਔਰ ਕਿਸ ਤਰ੍ਹਾਂ ਤੁਸੀਂ ਬਾਹਰ ਜਾਇਆ ਜਾ ਸਕਦਾ ਹੈ। ਮਤਲਬ ਵੀਜ਼ਾ ਸਕਸੈਸ ਰੇਟ ਦੇ ਵਿੱਚ ਕੋਈ ਫਰਕ ਨਹੀਂ ਹੈ? ਨਹੀਂ, ਦੇਖੋ ਵੀਜ਼ਾ ਸਕਸੈਸ ਰੇਟ ਮੈਂ ਤੁਹਾਨੂੰ ਪਹਿਲੇ ਦੱਸਤਾ ਕਿ ਇੱਕ ਕਨਫੀਗਰੇਸ਼ਨ ਹੈ ਤੁਹਾਡੀ ਬੇਸਿਕ ਸਟੱਡੀ ਦੀ, ਤੁਹਾਡੇ ਫੰਡਸ ਦੀ, ਤੁਹਾਡੇ ਗੈਪ ਐਵੀਡੈਂਸ ਦੀ। ਇਹ ਕਨਫੀਗਰੇਸ਼ਨ ਹੈ, ਇਸ ਕਨਫੀਗਰੇਸ਼ਨ ਤੇ ਵੀਜ਼ਾ ਮਿਲਣਾ ਜੀ। ਬਿਲਕੁਲ, ਆਈਪੀਪੀ ਸਿਰਫ ਇਕੱਲਾ ਰਸਤਾ ਨਹੀਂ ਹੈ ਜੀ, ਨਾਨ ਆਈਪੀਪੀ ਵੀਜ਼ਾਸ ਆ ਰਹੇ ਨੇ। ਕਾਫੀ ਕੋਰਸਿਸ ਐਸੇ ਨੇ ਜਿਹੜੇ ਆਈਪੀਪੀ ਦੇ ਵਿੱਚ ਨਹੀਂ ਨੇ ਤੇ ਉਹ ਨਾਨ ਆਈਪੀਪੀ ਦੇ ਵਿੱਚ ਨੇ, ਜਿਹੜੇ ਬੱਚੇ ਦੇ ਰੈਲੇਵੈਂਟ ਕੋਰਸ ਇੰਟਰਸਟ ਦੇ ਮੁਤਾਬਿਕ ਬਣਦੇ ਨੇ, ਉਹਨਾਂ ਦੇ ਵਿੱਚ ਵੀ ਬੱਚੇ ਜਾ ਸਕਦੇ ਨੇ, ਵੀਜ਼ਾ ਲੈ ਸਕਦੇ ਆ। ਸੋ ਕੋਈ ਵੀ ਪ੍ਰੋਗਰਾਮ ਆਈਪੀਪੀ ਚਾਹੇ ਨਾਨ ਆਈਪੀ ਬਾਰੇ ਵੀ ਜਾਣਕਾਰੀ ਚਾਹੀਦੀ ਹੈ ਤਾਂ ਸੈਟਿੰਗ ਅਬਰੋਡ ਦੇ ਨਾਲ ਉਹਨਾਂ ਦੇ ਨੰਬਰਾਂ ਤੇ ਕਾਲ ਕਰਕੇ ਆਪਣਾ ਰਾਬਤਾ ਜਿਹੜਾ ਕਾਇਮ ਕੀਤਾ ਜਾ ਸਕਦਾ ਹੈ। ਇੱਥੇ ਸਮਾਂ ਹੋ ਚੱਲਿਆ ਬ੍ਰੇਕ ਦਾ, ਬ੍ਰੇਕ ਦੇ ਲਈ ਰੁਕਦੇ ਆ। ਉਸ ਤੋਂ ਬਾਅਦ ਹੋਰ ਡਿਸਕਸ਼ਨ ਜਿਹੜੇ ਵਿਦਆਊਟ ਆਈਲੈਟਸ ਵੀ ਜਾਣਾ ਚਾਹੁੰਦੇ ਨੇ, ਚਾਹੇ ਉਹ ਸਿੰਗਾਪੁਰ ਜਾਂ ਯੂਐਸਏ ਬਾਰੇ ਵੀ ਕਾਫੀ ਕੁਐਰੀ ਸੀਗੀਆਂ ਵੀ ਉਹਨਾਂ ਬਾਰੇ ਦੱਸਿਆ ਜਾਵੇ, ਜਿਹੜੇ ਬੱਚੇ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਨੇ। ਅੱਜ ਉਹ ਵੀ ਗੱਲ ਕਰਾਂਗੇ ਗੌਰਵ ਦੇ ਨਾਲ, ਬਟ ਇੱਥੇ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ, ਬਾਕੀ ਡਿਸਕਸ਼ਨ ਛੋਟੇ ਜਿਹੇ ਬ੍ਰੇਕ ਤੋਂ ਬਾਅਦ।